Hello students, today we are going to start the chapter Gadri Babas in Kalapani Jail. This chapter has been written by Dr. Harish K. Puri. As the name shows, Gadri Babas in Kalapani Jail. What is Gadri Baba? Gadri Baba bete ਜਿਵੇਂ ਤੁਹਾਨੂੰ ਨਾਮ ਤੋਂ ਪਤਾ ਚਲਦਾ ਹੈ ਗਦਰੀ ਬਾਬਾ ਹੈ ਨਾ ਗਦਰ ਪਾਰਟੀ ਦਾ ਨਾਮ ਤੁਸੀਂ ਜ਼ਰੂਰ ਸੁਣਿਆ ਹੋਣਾ ਯੂ ਮਸਟ ਹੈਵ ਹਰਡ ਅਬਾਊਟ ਗਦਰ ਪਾਰਟੀ ਤਾਂ ਉਹ ਪੋਲੀਟੀਸ਼ੀਅਨਸ ਉਹ ਸਾਡੇ ਪੋਲੀਟੀਕਲ ਲੀਡਰਸ ਜੋ ਗਦਰ ਪਾਰਟੀ ਦੇ ਮੈਂਬਰ ਸੀ ਉਹਨਾਂ ਨੂੰ ਗਦਰੀ ਬਾਬਾ ਕਿਹਾ ਜਾਂਦਾ ਹੈ ਇਨ ਕਾਲਾ ਪਾਣੀ ਜੇਲ੍ਹ ਦਾ ਨਾਮ ਵੀ ਜ਼ਰੂਰ ਤੁਸੀਂ ਸੁਣਿਆ ਹੋਣਾ ਸਟੂਡੈਂਟਸ ਹੂ ਬਿਲੋਂਗ ਟੂ ਦ ਬੈਕਗਰਾਊਂਡ ਆਫ ਪੋਲੀਟੀਕਲ ਸਾਇੰਸ ਦੇ ਮਸਟ ਹੈਵ ਹਰਡ ਦ ਨੇਮ ਆਫ ਗਦਰੀ ਬਾਬਾਸ and in Kalapani jail ਦਾ ਨਾਮ ਵੀ ਤੁਸੀਂ ਜ਼ਰੂਰ ਸੁਣਿਆ ਹੋਣਾ so this lesson has been written by Dr. Harish K. Puri. So let's begin the chapter. Gadar party was organized by Indian immigrants. ਗਦਰ ਪਾਰਟੀ ਹੈ ਜਿਹੜੀ ਕਿਸ ਨੇ ਬਣਾਈ ਸੀ ਇੰਡੀਅਨ ਇਮੀਗ੍ਰੈਂਟਸ ਨੇ ਜਿਹੜੇ ਇੰਡੀਆ ਤੋਂ ਲੋਕ ਬਾਹਰ ਗਏ ਹੋਏ ਸੀ ਇੰਡੀਆ ਦੇ ਲੋਕ ਸੀ ਬਟ ਉਹ ਇੰਡੀਆ ਤੋਂ ਬਾਹਰ ਗਏ ਹੋਏ ਸੀ ਉਹਨਾਂ ਨੇ ਜਿਹੜਾ ਹੈ ਗਦਰ ਪਾਰਟੀ ਬਣਾਈ ਸੀ ਇੰਡੀਅਨ ਇਮੀਗ੍ਰੈਂਟਸ and revolutionary exiles जो बाहर गए हुए थे again revolutionary exiles like Lala Hardayal in USA and Canada in 1913. So this is a very important question of GK. Many a times this question is asked in the papers of GK that when was this formed. This party was formed. This was formed in Canada in 1913 with a view to launch an armed struggle for the freedom of India by overthrowing the British rule. तो ये कैसे किस तरह बनी सी कैसे बनी ये पार्टी launch an armed struggle for freedom of India. ਇਹਦਾ ਕੀ ਪਰਪਸ ਸੀ why this party was formed for the freedom of India ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਕਿਉਂਕਿ ਉਸ ਸਮੇਂ ਜਿਹੜਾ ਸਾਡਾ ਦੇਸ਼ ਸੀ ਉਹ ਗੁਲਾਮ ਸੀ ਅੰਗਰੇਜ਼ਾਂ ਦਾ ਗੁਲਾਮ ਸੀ ਉਸ ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਉਣ ਦੇ ਲਈ 1913 ਦੇ ਵਿੱਚ ਸਾਡੇ ਦੇਸ਼ ਦੇ ਨੇਤਾ ਜਿਹੜੇ ਕਿ ਇੰਡੀਆ ਤੋਂ ਬਾਹਰ ਰਹਿ ਰਹੇ ਸੀ ਉਹਨਾਂ ਨੇ ਇਹ ਪਾਰਟੀ ਬਣਾਈ ਸੀ 1913 ਦੇ ਵਿੱਚ ਜੋ ਕਿ ਕੈਨੇਡਾ ਵਿੱਚ ਵਿੱਚ ਰਹਿ ਰਹੇ ਸੀ ਉਹਨਾਂ ਦੇ ਵਿੱਚੋਂ ਜਿਹੜੇ ਮੇਨ ਨਾਮ ਨੇ ਉਹ ਕੀ ਨੇ ਲਾਈਕ ਲਾਲਾ ਹਰਦਿਆਲ Several thousands of them returned to India for that purpose. बहुत सारे लोग उस इससे काम ਲਈ इंडिया वापस आए from October 1914 onwards. बाबा सोहन सिंह भकना, बाबा निधन सिंह, करतार सिंह सराभा, विष्णु गणेश पिंगले were among the prominent leaders. तो एक question बहुत पूछा जाता है that who were the prominent leaders of Gadar party? Then your answer will be बाबा सोहन सिंह भकना, बाबा निधन सिंह, करतार सिंह सराभा, विष्णु गणेश पिंगले तो ये प्रोमिनेंट लीडर सी द स्टिपुलेटेड रिबेलियन इन फरवरी 1915 फेल्ड जोड़ा 15 से 1900 फरवरी 1915 ਦੇ ਵਿੱਚ ਜਿਹੜਾ ਹੈ रिबेलियन स्टार्ट होया and a large number of them were hanged and punished to long terms of life in jails. ਜਦੋਂ ਇਹ ਖਤਮ ਹੋਇਆ ਤਾਂ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਹੈ ਲਾਰਜ ਨੰਬਰ ਆਫ ਦੈਮ ਵਰ ਹੈਂਗਡ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਐਂਡ ਪਨਿਸ਼ ਟੂ ਲੌਂਗ ਟਰਮਸ ਆਫ ਲਾਈਫ ਇਨ ਜੇਲਸ ਉਹਨਾਂ ਨੂੰ ਬਹੁਤ ਲੋਕਾਂ ਨੂੰ ਵਿੱਚ ਫਾਂਸੀ ਦ ਸੈਲੂਲਰ ਜੇਲ ਇਨ ਪੋਰਟ ਬਲੇਅਰ Andaman Islands in the Bay of Bengal was rightly described as the Devil's Island. ਤਾਂ ਜਿਹੜੀ ਸੈਲੂਲਰ ਜਿਹੜੀ ਜੇਲ੍ਹ ਬਣੀ ਹੋਈ ਸੀ ਕਿੱਥੇ ਬਣੀ ਹੋਈ ਸੀ ਪੋਰਟ ਬਲੇਅਰ ਦੇ ਵਿੱਚ ਅੰਡਮਾਨ ਆਈਲੈਂਡਸ ਦੇ ਵਿੱਚ ਇਨ ਦ ਬੇ ਆਫ ਬੰਗਾਲ ਉਸਨੂੰ ਕੀ ਕਿਹਾ ਜਾਂਦਾ ਸੀ ਡੈਵਲਸ ਆਈਲੈਂਡ ਮਤਲਬ ਸ਼ੈਤਾਨੀ ਟਾਪੂ ਸ਼ੈਤਾਨ ਦਾ ਟਾਪੂ ਇਟ ਵਾਜ਼ ਆਲਸੋ ਕੋਲਡ ਕਾਲਾ ਪਾਣੀ ਜੇਲ੍ਹ ਇਸ ਜੇਲ੍ਹ ਨੂੰ ਹੀ ਕਾਲਾ ਪਾਣੀ ਜੇਲ੍ਹ ਵੀ ਕਿਹਾ ਜਾਂਦਾ ਸੀ ਸੋ ਮੈਨੀ ਟਾਈਮਸ ਯੂ ਆਰ ਆਸਕ ਦਿਸ ਕੁਐਸਚਨ that what were the another name of cellular jail so here the question the answer comes that the another name of Kalapani cellular jail was Kalapani jail cellular jail ਦਾ ਇੱਕ ਹੋਰ ਨਾਮ ਕੀ ਸੀ Kalapani jail. Initially, the penal colony was created to isolate and torture for life the rebels of Gadar of 1857. ਸਭ ਤੋਂ ਪਹਿਲਾਂ ਜਿਹੜੀ ਇਹ ਕਲੋਨੀ ਇਹ ਜਿਹੜਾ ਜੇਲ੍ਹ ਹੈ ਉਹ ਬਣਾਈ ਗਈ ਸੀ ਉਹ ਕਿਸ ਲਈ ਬਣਾਈ ਗਈ ਸੀ ਕਿ ਜਿਹੜੇ ਤੁਹਾਨੂੰ ਪਤਾ ਹੀ ਹੈ ਬੇਟੇ ਕਿ ਆਪਣੀ ਜਿਹੜਾ ਫਸਟ ਮਿਊਟੀਨੀ ਹੋਇਆ ਪਹਿਲਾ ਦੇਸ਼ ਦੀ ਆਜ਼ਾਦੀ ਲਈ ਜਿਹੜਾ ਵਿਦਰੋਹ ਹੋਇਆ ਸੀ ਸਭ ਤੋਂ ਪਹਿਲਾਂ 1857 ਦੇ ਵਿੱਚ ਹੋਇਆ ਸੀ ਤਾਂ ਉਸ ਤਰ੍ਹਾਂ ਜਿਹੜੇ ਉਸ ਸਮੇਂ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਸਜ਼ਾ ਦੇਣ ਵਾਸਤੇ ਇਹ ਜੇਲ੍ਹ ਬਣਾਈ ਗਈ ਸੀ ਐਂਡ ਅਦਰ ਹਾਰਡਨਡ ਕ੍ਰਿਮੀਨਲਸ ਅਤੇ ਦੂਜੇ ਜਿਹੜੇ ਹੋਰ ਕਈ ਕੈਦੀ ਹੁੰਦੇ ਸੀ ਕਈ ਹੋਰ ਕ੍ਰਿਮੀਨਲਸ ਮਤਲਬ ਜਿਹੜੇ ਹੋਰ ਕਈ ਲੋਕ ਕ੍ਰਾਈਮ ਕਰਦੇ ਨੇ ਕ੍ਰਾਈਮ ਕੀ ਹੁੰਦਾ ਜੁਰਮ ਕਰਦੇ ਨੇ ਦ ਨਿਊ ਅਪਰਾਧੀ ਹੁੰਦੇ ਨੇ ਜਿਹੜੇ ਦ ਨਿਊਲੀ ਕੰਸਟਰਕਟਡ ਜੇਲ੍ਹ ਵਾਜ਼ ਓਪਨਡ ਇਨ 1906 ਇਹ ਜੇਲ੍ਹ ਕਦੋਂ ਸਟਾਰਟ ਹੋਈ ਸੀ ਕਦੋਂ ਬਣੀ ਸੀ 1906 ਦੇ ਵਿੱਚ
न्यू जिहड़ी जेल बनी। बंगाली रेवोल्यूशनर्स कन्विक्टेड in Alipur conspiracy case were the first group of 27 political prisoners brought there. बंगाली ਦੇ ਜਿਹੜੇ ਬੰਗਾਲੀ ਕ੍ਰਾਂਤੀਕਾਰੀ ਸੀ, ਬੰਗਾਲ ਦੇ ਜਿਹੜੇ ਕ੍ਰਾਂਤੀਕਾਰੀ ਸੀ, ਉਹਨਾਂ ਦੇ ਵੀ ਜਿਹੜੇ ਅਲੀਪੁਰ ਕੌਨਸਪੀਰੇਸੀ ਕੇਸ ਦੇ ਵਿੱਚ ਜਿਹੜੇ 17 ਪੋਲੀਟੀਕਲ ਪ੍ਰਿਜ਼ਨਰ 27 ਜਿਹੜੇ ਕੈਦੀ ਸੀ, ਸਭ ਤੋਂ ਪਹਿਲੇ ਉਹਨਾਂ ਨੂੰ ਇੱਥੇ ਲਿਆਇਆ ਗਿਆ ਸੀ। ਫਿਰ ਬਾਏ ਅਦਰਸ ਆਫ ਨਾਸਿਕ ਕੌਨਸਪੀਰੇਸੀ ਕੇਸ, ਉਸ ਤੋਂ ਬਾਅਦ ਨਾਸਿਕ ਕੌਨਸਪੀਰੇਸੀ ਕੇਸ ਦੇ ਜਿਹੜੇ ਪ੍ਰਿਜ਼ਨਰ ਸੀ ਉਹਨਾਂ ਨੂੰ ਲਿਆਇਆ ਗਿਆ, ਸਚ ਐਜ਼ VD ਸਾਵਰਕਰ ਐਂਡ ਹਿਜ਼ ਬ੍ਰਦਰ ਗਣੇਸ਼ ਸਾਵਰਕਰ। ਦ ਗਦਰਾਈਟਸ ਕੰਸਟੀਟਿਊਟਡ ਦ ਲਾਰਜੈਸਟ ਸਿੰਗਲ ਗਰੁੱਪ ਆਫ ਪੋਲੀਟੀਕਲ ਪ੍ਰਿਜ਼ਨਰਸ। ਤਾਂ ਜਿਹੜੇ ਗਦਰਾਈਟ ਸੀ ਉਹ ਸਭ ਤੋਂ ਵੱਡਾ ਗਰੁੱਪ ਸੀ ਪੋਲੀਟੀਕਲ ਪ੍ਰਿਜ਼ਨਰਸ ਦਾ, ਜਿਹਦੇ ਵਿੱਚ ਇੱਕ ਇਹੋ ਜਿਹਾ ਗਰੁੱਪ ਸੀ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਪੋਲੀਟੀਕਲ ਕੈਦੀ ਸੀ ਸੈਂਟੈਂਸ ਟੂ ਟਰਾਂਸਪੋਰਟੇਸ਼ਨ ਫॉर ਲਾਈਫ। 40 of them convicted in the Lahore conspiracy case। Lahore conspiracy, what is the meaning of conspiracy? Conspiracy ਕੀ ਹੁੰਦਾ ਹੈ? ਸਾਜ਼ਿਸ਼। conspiracy ਕੀ ਹੁੰਦਾ ਹੈ ਬੱਚੋ? ਸਾਜ਼ਿਸ਼। were brought there in December 1915। ਲਾਹੌਰ conspiracy case ਤੇ ਜਿਹੜੇ ਉੱਥੇ ਲਿਆਏ ਗਏ ਕੈਦੀ ਉਹ ਕਦੋਂ ਲਿਆਏ ਗਏ? December 1915। more than 30 from Lahore supplementary conspiracy case and Mandle conspiracy case followed later। ਬਾਅਦ ਦੇ ਵਿੱਚ ਜਿਹੜਾ ਹੈ ਮਾਂਡਲੇ ਕੌਨਸਪੀਰੇਸੀ ਕੇਸ ਦੇ ਕੈਦੀ ਵੀ ਉੱਥੇ ਲਿਆਏ ਗਏ। ਅਨਲਾਈਕ ਦ ਅਦਰ ਗਰੁੱਪਸ ਆਫ ਰੈਵੋਲੂਸ਼ਨਰੀ ਪ੍ਰਿਜ਼ਨਰਸ, ਮੈਨੀ ਅਮੰਗ ਦ ਗਦਰ ਪ੍ਰਿਜ਼ਨਰਸ ਵਰ ਕੁਆਇਟ ਓਲਡ। ਅਨਲਾਈਕ ਦ ਅਦਰ ਗਰੁੱਪਸ ਆਫ ਰੈਵੋਲੂਸ਼ਨਰੀ ਪ੍ਰਿਜ਼ਨਰਸ ਮਤਲਬ ਕਿ ਜਿਸ ਤਰ੍ਹਾਂ ਦੂਜੇ ਕ੍ਰਾਂਤੀਕਾਰੀ ਸੀ ਉਸ ਤਰ੍ਹਾਂ ਨਹੀਂ। ਅਨਲਾਈਕ ਦਾ ਕੀ ਮਤਲਬ ਹੁੰਦਾ? ਇੱਕ ਤਾਂ ਆਪਾਂ ਯੂਜ਼ ਕਰਦੇ ਹਾਂ ਲਾਈਕ ਦਾ ਮਤਲਬ ਹੁੰਦਾ ਇਸੇ ਤਰ੍ਹਾਂ, ਲੇਕਿਨ ਅਨਲਾਈਕ ਦਾ ਮਤਲਬ ਕਿਆ ਹੁੰਦਾ ਹੈ ਕਿ ਇਸ ਤਰ੍ਹਾਂ ਨਹੀਂ। Unlike the other groups of revolutionary prisoners, many among the Ghadar prisoners were quite old। ਬਾਕੀ ਪਾਰਟੀਆਂ ਦੀ ਤਰ੍ਹਾਂ ਬਾਕੀ ਪਾਰਟੀਆਂ ਜਾਂ ਬਾਕੀ ਕੈਦੀਆਂ ਦੀ ਤਰ੍ਹਾਂ ਨਹੀਂ, ਗਦਰ ਪਾਰਟੀ ਦੇ ਜਿਹੜੇ ਮੈਂਬਰ ਸੀ ਉਹ ਓਲਡ ਸੀ, ਉਹ ਬਜ਼ੁਰਗ ਸੀ। ਨਿਧਨ ਸਿੰਘ was 60 years old। ਨਿਧਨ ਸਿੰਘ 60 ਸਾਲ ਦੇ ਸੀ। ਕਹਿਰ ਸਿੰਘ 62, ਕਹਿਰ ਸਿੰਘ 62 years ਦੇ ਸੀ। ਕਾਲਾ ਸਿੰਘ 55, ਕਾਲਾ ਸਿੰਘ 55 years ਦੇ ਸੀ। ਗੁਰਦਿੱਤ ਸਿੰਘ 50 and a large number of them including ਬਾਬਾ ਸੋਹਣ ਸਿੰਘ ਭਕਨਾ were 45। ਗੁਰਦਿੱਤ ਸਿੰਘ 50 ਸਾਲ ਦੇ ਸੀ, ਬਹੁਤ ਸਾਰੇ ਇਸੇ ਤਰ੍ਹਾਂ ਹੋਰ। ਬਾਬਾ ਸੋਹਣ ਸਿੰਘ ਭਕਨਾ 45 years ਦੇ ਸੀ ਜਾਂ ਇਸ ਤੋਂ ਅਬਵ। and they were therefore addressed as ਬਾਬਾਸ with respect। ਤਾਂ ਕਿਉਂਕਿ ਉਹ ਸਾਰੇ ਹੀ 40 years ਤੋਂ ਅਬਵ ਸੀ ਤਾਂ ਉਹਨਾਂ ਨੂੰ ਰਿਸਪੈਕਟ ਦੇਣ ਦੇ ਲਈ, ਉਹਨਾਂ ਨੂੰ ਪਿਆਰ, ਆਪਣੀ ਇੱਜ਼ਤ ਮਾਣ ਦੇਣ ਦੇ ਲਈ ਉਹਨਾਂ ਨੂੰ ਬਾਬਾ ਕਿਹਾ ਜਾਂਦਾ ਸੀ। ਇਸੇ ਕਰਕੇ ਉਹਨਾਂ ਦਾ ਨਾਮ ਗਦਰੀ ਬਾਬਾ ਪਿਆ। Given the highly inclement weather, what is the meaning of inclement? Inclement ਕੀ ਹੁੰਦਾ ਬੇਟਾ? Bad weather। Highly inclement weather, the area infested with mosquitoes and blood-sucking leeches and thoroughly bad and inadequate food। ਜਿਹੜਾ ਉਹ ਏਰੀਆ ਸੀ, ਜਿਹੜੀ ਉਹ ਜਗ੍ਹਾ ਸੀ, ਉਹਦੇ 'ਚ ਬਹੁਤ ਜ਼ਿਆਦਾ ਮੋਸਕੀਟੋ ਸੀ, ਬਹੁਤ ਜ਼ਿਆਦਾ ਮੱਛਰ ਸੀ। ਐਂਡ ਬਲੱਡ ਸਕਿੰਗ ਲੀਚਿਸ, ਖੂਨ ਚੂਸਣ ਵਾਲੀਆਂ ਜੌਂਕਾਂ ਸੀ। ਐਂਡ ਥੋਰਲੀ ਬੈਡ ਐਂਡ ਇਨਐਡਿਕੁਏਟ ਫੂਡ, ਜਿਹੜਾ ਫੂਡ ਹੈ ਉਹ ਬਹੁਤ ਜ਼ਿਆਦਾ ਖਰਾਬ ਸੀ, ਬਹੁਤ ਜ਼ਿਆਦਾ ਇਨਐਡਿਕੁਏਟ ਸੀ, ਮਤਲਬ ਕਿ ਉਹ ਪੂਰਾ ਨਹੀਂ ਸੀ। ਮੈਨੀ ਵਰ ਫ੍ਰੀਕੁਐਂਟਲੀ ਸਿਕ ਵਿਦ ਡਾਇਸੈਂਟਰੀ, ਬਹੁਤ ਸਾਰੇ ਜਿਹੜੇ ਲੋਕ ਨੇ ਉਹ ਸਿਕ ਸੀ, ਮਤਲਬ ਬਿਮਾਰ ਹੋ ਗਏ ਸੀ। ਵਿਦ ਡਾਇਸੈਂਟਰੀ, ਉਹਨਾਂ ਨੂੰ ਪੇਟ ਦੀ ਪ੍ਰੋਬਲਮ ਹੋ ਗਈ ਸੀ। ਹਾਈ ਫੀਵਰ, ਉਹਨਾਂ ਨੂੰ ਬਹੁਤ ਜ਼ਿਆਦਾ ਤੇਜ਼ ਬੁਖਾਰ ਹੋ ਗਿਆ ਸੀ। ਟਿਊਬਰਕਿਊਲੋਸਿਸ, TB ਹੋ ਗਈ ਸੀ। ਐਂਡ ਐਜ਼ਮਾ, ਐਜ਼ਮਾ ਇੱਕ ਬਿਮਾਰੀ ਹੈ ਜਿਹਦੇ 'ਚ ਸਾਂਸ ਦੀ ਪ੍ਰੋਬਲਮ ਹੁੰਦੀ ਹੈ, ਦੈਟ ਇਜ਼ ਕਾਲਡ ਐਜ਼ਮਾ। Working on the oil mill to extract a minimum of 30 pounds of coconut oil and pounding coconut husk to produce coir thread etc। ਵਰਕਿੰਗ ਔਨ ਦਾ ਆਇਲ ਮਿਲ, ਉਹਨਾਂ ਨੂੰ ਕੀ ਕਰਨਾ ਪੈਂਦਾ ਸੀ? ਆਇਲ ਮਿਲ 'ਤੇ ਕੰਮ ਕਰਨਾ ਪੈਂਦਾ ਸੀ। ਕੋਲੂ ਤੁਸੀਂ ਸੁਣਿਆ ਹੀ ਹੋਣਾ, ਕੋਲੂ 'ਤੇ ਉਹਨਾਂ ਨੂੰ ਕੰਮ ਕਰਨਾ ਪੈਂਦਾ ਸੀ ਅਤੇ ਤੇਲ ਕੱਢਣਾ ਪੈਂਦਾ ਸੀ। 30 pounds ਆਫ ਕੋਕੋਨਟ ਆਇਲ, ਇਹ ਉਹਨਾਂ ਵਾਸਤੇ ਕੰਪਲਸਰੀ ਸੀ। ਐਂਡ ਕੋਕੋਨਟ ਹਸਕ ਟੂ ਪ੍ਰੋਡਿਊਸ ਕੋਇਰ ਥ੍ਰੈਡਸ ਐਕਸੈਟਰਾ ਕੰਸਟੀਟਿਊਟਿਡ ਡੇਲੀ ਰਾਊਂਡਸ ਆਫ ਹਾਰਡ ਲੇਬਰ। ਤਾਂ ਇਹ ਕੰਮ ਉਹਨਾਂ ਨੂੰ ਡੇਲੀ ਹੀ ਕਰਨੇ ਪੈਂਦੇ ਸੀ। ਇਫ ਦ ਕੁਆਂਟਿਟੀ ਪ੍ਰੋਡਿਊਸ ਵਾਜ਼ ਲੈਸ, ਅਗਰ ਕੁਆਂਟਿਟੀ ਜਿਹੜੀ ਹੈ ਪ੍ਰੋਡਿਊਸ ਹੋਈ ਹੈ ਉਹ ਘੱਟ ਹੁੰਦੀ ਸੀ ਤਾਂ ਫਿਲਥੀ ਅਬਿਊਜ਼ ਅਪ ਟੂ 30 lashes of a whip in public, loud cries and ਇਫ ਦ ਕੁਆਂਟਿਟੀ ਪ੍ਰੋਡਿਊਸਡ ਵਾਜ਼ ਲੈਸ, ਅਗਰ ਉਹ ਘੱਟ ਕੁਆਂਟਿਟੀ ਦੇ ਵਿੱਚ ਤੇਲ ਪ੍ਰੋਡਿਊਸ ਕਰਦੇ ਸੀ। ਫਿਲਥੀ ਅਬਿਊਜ਼, ਉਹਨਾਂ ਨੂੰ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਜਾਂਦੀਆਂ ਸੀ। ਅਪ ਟੂ 30 lashes of a whip in public, ਉਹਨਾਂ ਨੂੰ ਕੋੜੇ ਮਾਰੇ ਜਾਂਦੇ ਸੀ।
loud cries, just a minute. Loud cries and blood oozing from the skin were a part of the patently revolting experience. ਤਾਂ ਬਹੁਤ ਜ਼ਿਆਦਾ ਉਸ ਸਮੇਂ ਉੱਚੀਆਂ ਉੱਚੀਆਂ ਚੀਖਾਂ ਮਾਰਦੀਆਂ ਆਵਾਜ਼ਾਂ, ਬਲੱਡ ਊਜ਼ਿੰਗ ਖੂਨ ਦਾ ਨਿਕਲਣਾ ਫॉर ਸਕਿਨ, ਜਿਹੜੀ ਖੂਨ ਉਹਨਾਂ ਦੀ ਸਕਿਨ ਤੋਂ, ਇਹ ਜਿਹੜਾ ਹੈ ਸਭ ਕੁਝ ਉਹਨਾਂ ਦੇ ਐਕਸਪੀਰੀਅੰਸ, ਦੈਟ ਵਾਜ਼ ਅ ਪਾਰਟ ਆਫ ਦੇਅਰ ਰਿਵੋਲਟਿੰਗ ਐਕਸਪੀਰੀਅੰਸ, ਇਹ ਉਹਨਾਂ ਦੇ ਰੋਜ਼ ਦਾ ਹੀ ਕੰਮ ਸੀ। with each one of the patriotic prisoners confined to a small dingy cell, ਹਰ ਜਿਹੜਾ ਪੈਟਰੀਓਟਿਕ ਦੇਸ਼ ਭਗਤ ਜਿਹੜਾ ਪ੍ਰਿਜ਼ਨਰ ਸੀ, ਕੈਦੀ ਸੀ, ਉਹਨੂੰ ਇੱਕ ਸੈੱਲ ਦੇ ਵਿੱਚ ਰੱਖਿਆ ਜਾਂਦਾ ਸੀ। ਕਮਿਊਨੀਕੇਸ਼ਨ ਬਿਟਵੀਨ ਦ ਪ੍ਰਿਜ਼ਨਰਸ ਵਾਜ਼ ਟੋਟਲੀ ਡਿਸਅਲਾਊਡ, ਜਿਹੜਾ ਕਮਿਊਨੀਕੇਸ਼ਨ ਹੈ, ਬੋਲ ਚਾਲ ਹੈ ਕੈਦੀਆਂ ਦੇ ਵਿੱਚ, ਉਹ ਬਿਲਕੁਲ ਡਿਸਅਲਾਊਡ ਸੀ, ਦੈਟ ਵਾਜ਼ ਟੋਟਲੀ ਬੈਂਡ। The recorded accounts of victims and eyewitnesses of over a dozen prominent revolutionaries such as Barin Ghosh, V.D. Savarkar, Trilokinath Chakravarti, Sohan Singh Bakna, Vasakha Singh, Udham Singh Kasil, Prithvi Singh Azad and others provided graphic and heart-rending details of vengeful methods of sadistic torture of political prisoners. ਜਿਹੜੇ ਰਿਕਾਰਡਡ ਅਕਾਊਂਟ ਹੈ, ਜਿਹੜਾ ਉਹਨਾਂ ਨੇ ਆਪਣੀ ਅੱਖਾਂ ਦੇਖਿਆ ਅਕਾਊਂਟ, ਜਿਹੜਾ ਸਾਨੂੰ ਬਿਆਨ ਕੀਤਾ, ਆਈ ਵਿਟਨੈਸ ਸੀ ਜਿਹੜੇ, ਜਿਨ੍ਹਾਂ ਨੇ ਸਭ ਕੁਝ ਅੱਖਾਂ ਦੇਖਿਆ। ਹੋਰ ਡਜ਼ਨ ਪ੍ਰੋਮੀਨੈਂਟ ਰੈਵੋਲੂਸ਼ਨਰੀਜ਼, ਇੱਕ ਦਰਜਨ ਤੋਂ ਜ਼ਿਆਦਾ ਜਿਹੜੇ ਕ੍ਰਾਂਤੀਕਾਰੀ ਸੀ, ਜਿਨ੍ਹਾਂ ਦੇ ਆਪਾਂ ਇੱਥੇ ਨਾਮ ਕੀਤੇ ਨੇ, ਬਾਰਿਨ ਘੋਸ਼, V.D. ਸਾਵਰਕਰ, ਤ੍ਰਿਲੋਕੀਨਾਥ ਚੱਕਰਵਰਤੀ, ਸੋਹਨ ਸਿੰਘ ਭਕਨਾ, ਵਸਾਖਾ ਸਿੰਘ, ਉਧਮ ਸਿੰਘ ਕਾਸੇਲ, ਪ੍ਰਿਥਵੀ ਸਿੰਘ ਆਜ਼ਾਦ ਐਂਡ ਅਦਰਸ ਪ੍ਰੋਵਾਈਡਡ ਗ੍ਰਾਫਿਕ ਐਂਡ ਹਾਰਟ ਰੈਂਡਿੰਗ ਡਿਟੇਲਸ। ਉਹਨਾਂ ਨੇ ਬਹੁਤ, ਜਿਹਨੂੰ ਆਪਾਂ ਕਹਿ ਸਕਦੇ ਹਾਂ, ਸਟੀਕ ਸਾਨੂੰ ਡਿਟੇਲ ਦਿੱਤੀ, ਹਾਰਟ ਰੈਂਡਿੰਗ, ਜਿਹਦੇ ਨਾਲ ਸਾਡਾ ਦਿਲ ਜਿਹੜਾ ਹੈ, ਹਾਰਟ ਰੈਂਡਿੰਗ ਸੁਣ ਕੇ ਸਾਨੂੰ ਕੁਝ ਹੁੰਦਾ ਹੈ। ਡਿਟੇਲਸ ਆਫ ਵੈਂਚਫੁਲ ਮੈਥਡਸ ਆਫ ਸੈਡਿਸਟਿਕ ਟੋਰਚਰ ਆਫ ਪੋਲੀਟੀਕਲ ਪ੍ਰਿਜ਼ਨਰਸ। ਸੈਡਿਸਟਿਕ ਕੀ ਹੁੰਦਾ ਹੈ ਕਿ ਜਦੋਂ ਕਿਸੇ ਹੋਰ ਨੂੰ ਦੁੱਖ ਦੇ ਕੇ ਸਾਨੂੰ ਖੁਸ਼ੀ ਮਿਲਦੀ ਹੈ। ਸੋ ਦੇ ਟੁਕ ਦੈਟ ਸੈਡਿਸਟਿਕ ਪਲੈਜ਼ਰ, ਉਹਨਾਂ ਨੂੰ ਕੈਦੀਆਂ ਨੂੰ ਪਰੇਸ਼ਾਨ ਕਰਕੇ ਉਹਨਾਂ ਨੂੰ ਖੁਸ਼ੀ ਮਿਲਦੀ ਸੀ। All the accounts refer to the jailer David Barry। ਇਹ ਸਭ ਕੁਝ ਕਰਦਾ ਕੌਣ ਸੀ? ਜੇਲਰ ਡੇਵਿਡ ਬੈਰੀ, ਉੱਥੇ ਦਾ ਜਿਹੜਾ ਜੇਲਰ ਸੀ ਉਹਦਾ ਕੀ ਨਾਮ ਸੀ? ਡੇਵਿਡ ਬੈਰੀ। ਦ ਸੁਪਰਡੈਂਟ ਮੂਰੇ, ਇੱਕ ਸੁਪਰਡੈਂਟ ਸੀ ਜਿਹਦਾ ਨਾਮ ਸੀ ਮੂਰੇ, ਐਂਡ ਦ ਚੀਫ ਕਮਿਸ਼ਨਰ ਐਜ਼ ਬੂਚਰਸ। ਚੀਫ ਕਮਿਸ਼ਨਰ ਨੂੰ ਉਹਨਾਂ ਨੂੰ ਕੀ ਕਿਹਾ ਗਿਆ? ਬੂਚਰਸ। ਬੂਚਰਸ ਕੀ ਹੁੰਦੇ ਨੇ? ਕਸਾਈ। ਐਂਡ ਵਰਚੁਅਲ ਪ੍ਰੋਜੀਨੀ ਆਫ ਦ ਸੈਟਨ, ਉਹਨਾਂ ਨੂੰ ਕਿਹਾ ਗਿਆ ਪ੍ਰੋਜੀਨੀ ਆਫ ਸੈਟਨ। ਪ੍ਰੋਜੀਨੀ ਆਫ ਸੈਟਨ ਮੀਨਸ ਸ਼ੈਤਾਨ ਦੀ ਔਲਾਦ। ਪ੍ਰੋਜੀਨੀ ਆਫ ਸੈਟਨ ਕੀ ਹੁੰਦਾ ਹੈ? ਸ਼ੈਤਾਨ ਦੀ ਔਲਾਦ। Barin Ghosh, brother of Aurobindo Ghosh, convicted in Alipur conspiracy case, related how David Barry would address every new group of political prisoners, asking them to strictly follow the rules। ਜਿਹੜਾ ਅਲੀਪੁਰ ਕੌਂਸਪੀਰੇਸੀ ਕੇਸ ਦੇ ਵਿੱਚ ਕਨਵਿਕਟ ਹੋਇਆ ਸੀ ਬਾਰਿਨ ਘੋਸ਼, ਜਿਹੜਾ ਕਿ ਅਰਬਿੰਦੋ ਘੋਸ਼ ਦਾ ਬ੍ਰਦਰ ਸੀ, ਉਹਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਡੇਵਿਡ ਬੈਰੀ ਹੈ, ਉਹ ਨਵੇਂ ਕੋਈ ਵੀ ਗਰੁੱਪ ਆਉਂਦਾ ਪੋਲੀਟੀਕਲ ਪ੍ਰਿਜ਼ਨਰਸ ਦਾ, ਉਹਨਾਂ ਨੂੰ ਐਡਰੈਸ ਕਰਦਾ, ਸੰਬੋਧਿਤ ਕਰਦਾ, ਅਤੇ ਉਹਨਾਂ ਨੂੰ ਕੀ ਕਹਿੰਦਾ ਕਿ ਤੁਹਾਨੂੰ ਸਟ੍ਰਿਕਟਲੀ ਫੋਲੋ ਕਰਨੇ ਪੈਣਗੇ ਸਾਰੇ ਰੂਲਸ ਐਂਡ ਆਰਡਰਸ। ਇਫ ਯੂ ਡਿਸਓਬੇ ਮੀ, ਅਗਰ ਤੁਸੀਂ ਮੇਰਾ ਕਹਿਣਾ ਨਹੀਂ ਮੰਨੋਗੇ, ਮੇ ਗੋਡ ਹੈਲਪ ਯੂ, ਫਿਰ ਤਾਂ ਪਰਮਾਤਮਾ ਹੀ ਤੁਹਾਡਾ ਰੱਖਾ ਹੈ। ਐਟਲੀਸਟ ਆਈ ਵਿਲ ਨੋਟ, ਘੱਟੋ ਘੱਟ ਮੈਂ ਨਹੀਂ ਹੋਵਾਂਗਾ, ਦੈਟ ਇਜ਼ ਸਰਟਨ, ਇਹ ਪੱਕੀ ਗੱਲ ਹੈ। ਰਿਮੈਂਬਰ ਆਲਸੋ ਦੈਟ ਗੋਡ ਡਜ਼ ਨੋਟ ਕਮ ਵਿਦਿਨ 3 miles ਆਫ ਪੋਰਟ ਬਲੇਅਰ। ਯਾਦ ਰੱਖੋ ਕਿ ਜਿਹੜਾ ਪਰਮਾਤਮਾ ਹੈ ਉਹ ਪੋਰਟ ਬਲੇਅਰ ਦੇ 3 ਮੀਲ ਤੱਕ ਇੱਥੇ ਅੰਦਰ ਨਹੀਂ ਆਉਂਦਾ। ਦ ਰੈਡ ਟਰਬਨਸ ਯੂ ਸੀ, ਥੀਜ਼ ਆਰ ਵਾਰਡਰਸ। ਜਿਹੜੇ ਲਾਲ ਟਰਬਨ ਦੇ ਵਿੱਚ, ਲਾਲ ਪੱਗ ਦੇ ਵਿੱਚ ਲੋਕ ਸੀ, ਉਹ ਵਾਰਡਰ ਸੀ। ਐਂਡ ਦੋਜ਼ ਇਨ ਬਲੈਕ ਯੂਨੀਫਾਰਮ ਆਰ ਪੈਟੀ ਆਫਿਸਰਸ, ਅਤੇ ਜਿਹੜੇ ਬਲੈਕ ਦੇ ਵਿੱਚ ਸੀ ਉਹ ਛੋਟੇ ਆਫਿਸਰਸ ਸੀ। ਯੂ ਮਸਟ ਓਬੇ ਦੈਮ, ਤੁਹਾਨੂੰ ਉਹਨਾਂ ਦਾ ਪਾਲਣਾ ਕਰਨੀ ਪਏਗੀ। ਦ ਵਾਰਡਰਸ, ਪੈਟੀ ਆਫਿਸਰਸ ਐਂਡ ਜਮਾਦਾਰਸ ਹੂ ਵਰ ਅਪਾਇੰਟਡ ਆਊਟ ਆਫ ਓਲਡ ਹਾਰਡਕੋਰ ਕ੍ਰਿਮੀਨਲਸ ਡਿਰਾਈਵਡ ਸੈਡਿਸਟਿਕ ਪਲੈਜ਼ਰ ਇਨ ਟੋਰਚਰਿੰਗ ਦ ਪੋਲੀਟੀਕਲ ਪ੍ਰਿਜ਼ਨਰਸ। ਤਾਂ ਜਿਹੜੇ ਇਹ ਵੀ ਆਫਿਸਰ ਸੀ, ਇਹ ਸੈਡਿਸਟਿਕ ਪਲੈਜ਼ਰ ਲੈਂਦੇ ਸੀ, ਉਹਨਾਂ ਨੂੰ ਦੁੱਖ ਦੇ ਕੇ, ਉਹਨਾਂ ਨੂੰ ਪਰੇਸ਼ਾਨ ਕਰਕੇ ਆਪ ਖੁਸ਼ ਹੁੰਦੇ ਸੀ। ਬਾਰਿਨ ਘੋਸ਼ ਕਾਲ ਦੈਮ ਸਮਾਲਰ ਗੋਡਸ ਹੂ ਵੁਡ ਅਬਿਊਜ਼, ਹਿਊਮਿਲੀਏਟ ਐਂਡ ਇਲ ਟਰੀਟ ਦ ਪੋਲੀਟੀਕਲ ਪ੍ਰਿਜ਼ਨਰ। ਬਾਰਿਨ ਘੋਸ਼ ਉਹਨਾਂ ਨੂੰ ਸਮਾਲਰ ਗੋਡਸ, ਛੋਟੇ ਦੇਵਤੇ ਕਹਿੰਦਾ ਹੈ ਕਿ ਇਹ ਇਸ ਤਰ੍ਹਾਂ ਦੇ, ਕਿਉਂਕਿ ਇੱਕ ਤਰ੍ਹਾਂ ਨਾਲ ਖੁਦਾ ਹੀ ਆਪਣੇ ਆਪ ਨੂੰ ਸਮਝਣ ਲੱਗ ਗਏ ਸੀ, ਜਿਹੜੇ ਕਿ ਉਹਨਾਂ ਨੂੰ ਗਾਲਾਂ ਕੱਢਦੇ, ਉਹਨਾਂ ਨੂੰ ਸ਼ਰਮਿੰਦਾ ਕਰਦੇ, ਇਲ ਟਰੀਟ, ਦੂਜਿਆਂ ਨੂੰ ਬੁਰਾ ਟਰੀਟ ਕਰਦੇ, ਬੁਰਾ ਵਿਵਹਾਰ ਕਰਦੇ ਪੋਲੀਟੀਕਲ ਪ੍ਰਿਜ਼ਨਰਸ ਦਾ, ਐਂਡ ਮੇਡ ਦੇਅਰ ਲਾਈਫ ਮੋਸਟ ਮਿਜ਼ਰੇਬਲ। ਅਤੇ ਇਹਨਾਂ ਨੇ ਉਹਨਾਂ ਦੀ ਲਾਈਫ ਨੂੰ ਬਹੁਤ ਜ਼ਿਆਦਾ ਮਿਜ਼ਰੇਬਲ, ਬਹੁਤ ਹੀ ਜ਼ਿਆਦਾ ਦੁਖਦਾਈ ਬਣਾ ਦਿੱਤਾ ਸੀ।
The stories which were smuggled out by Savarkar relating to young Nani Gopal's piercing cries because of beastly whiplashing, his hunger strike that continued for 72 years, and the long strikes against tortures, the suicide committed by Indu Bhushan and that of the highly educated Ulaskar Dutt, driven to insanity, raised a storm in the country's newspaper. ਜਿਹੜੀਆਂ ਸਟੋਰੀਜ਼ ਜਿਹੜੀਆਂ ਕਹਾਣੀਆਂ ਉਸ ਸਮੇਂ ਉਸ ਜੇਲ੍ਹ ਤੋਂ ਨਿਕਲ ਕੇ ਬਾਹਰ ਆਈਆਂ ਕਿਹੜੀਆਂ ਕਹਾਣੀਆਂ ਸੀ ਉਹ ਯੰਗ ਨਾਨੀ ਗੋਪਾਲ ਦੀਆਂ ਚੀਖਾਂ ਠੀਕ ਹੈ ਬਿਕੋਜ਼ ਆਫ ਬੀਸਲੀ ਵਿਪਲੈਸ਼ਿੰਗ ਕਿਉਂ ਚੀਖਾਂ ਮਾਰਦੇ ਸੀ ਉਹ ਕਿਉਂਕਿ ਉਹਨਾਂ ਨੂੰ ਇੰਨਾ ਜ਼ਿਆਦਾ ਟੌਰਚਰ ਕੀਤਾ ਜਾਂਦਾ ਸੀ ਬੱਚੋ ਇੰਨਾ ਜ਼ਿਆਦਾ ਉਹਨਾਂ 'ਤੇ ਜ਼ੁਲਮ ਕੀਤਾ ਜਾਂਦਾ ਸੀ ਹਿਸ ਹੰਗਰ ਸਟ੍ਰਾਈਕ ਉਹਨਾਂ ਦੀ ਭੁੱਖ ਹੜਤਾਲ ਦੈਟ ਕੰਟੀਨਿਊਡ ਫॉर 72 ਡੇਜ਼ 72 ਦਿਨਾਂ ਤੱਕ ਉਹਨਾਂ ਨੇ ਭੁੱਖ ਹੜਤਾਲ ਕੀਤੀ ਐਂਡ ਦ ਲੌਂਗ ਸਟ੍ਰਾਈਕਸ ਅਗੇਂਸਟ ਟੌਰਚਰਸ ਅਤੇ ਬਹੁਤ ਲੰਬੀਆਂ ਹੜਤਾਲਾਂ ਉਹਨਾਂ ਨੇ ਕੀਤੀਆਂ ਦ ਸੁਈਸਾਈਡ ਕਮਿਟਡ ਬਾਈ ਇੰਦੂ ਭੂਸ਼ਣ ਨਾਮ ਦੇ ਕੈਦੀ ਨੇ ਸੁਸਾਈਡ ਕਰ ਲਈ ਐਂਡ ਦੈਟ ਆਫ ਦ ਹਾਈਲੀ ਐਜੂਕੇਟਿਡ ਉਲਾਸਕਰ ਦੱਤ ਡਰਿਵਨ ਟੂ ਇਨਸੈਨਿਟੀ ਅਤੇ ਇੰਨਾ ਪੜ੍ਹਿਆ ਲਿਖਿਆ ਨੌਜਵਾਨ ਉਲਾਸਕਰ ਦੱਤ ਜਿਹੜੇ ਕਿ ਬਹੁਤ ਜ਼ਿਆਦਾ ਪੜ੍ਹੇ ਲਿਖੇ ਸੀ ਇਨਸੇਨ ਹੋ ਗਏ ਅਤੇ ਹੀ ਹੈਡ ਗੋਨ ਮੈਡ ਉਹ ਪਾਗਲ ਹੋ ਗਏ ਰੇਜ਼ਡ ਅ ਸਟੋਮ ਇਨ ਦ ਕੰਟਰੀਜ਼ ਨਿਊਜ਼ਪੇਪਰ ਜਦੋਂ ਉਹਨਾਂ 'ਤੇ ਇੰਨੇ ਜ਼ੁਲਮ ਹੋਏ ਇਸ ਜ਼ੁਲਮ ਦੀ ਕਹਾਣੀਆਂ ਨੇ ਉਸ ਸਮੇਂ ਦੇ ਨਿਊਜ਼ਪੇਪਰਸ ਦੇ ਵਿੱਚ ਅਖਬਾਰਾਂ ਦੇ ਵਿੱਚ ਤੂਫਾਨ ਲਿਆ ਦਿੱਤਾ ਸੋ ਅੱਜ ਆਪਾਂ ਇੱਥੇ ਤੱਕ ਹੀ ਬੱਚੋ ਇੱਕ ਵਾਰ ਕਰਦੇ ਹਾਂ ਸੋ ਟਮੋਰੋ ਵੀ ਵਿਲ ਕੰਟੀਨਿਊ ਵਿਦ ਦ ਰੈਸਟ ਆਫ ਦ ਚੈਪਟਰ ਆਈ ਥਿੰਕ ਦੈਟਸ ਇਨਫ ਫॉर ਟਮੋਰੋ ਸੋ ਸਟੇ ਟਿਊਨਡ ਐਂਡ ਕੀਪ ਰੀਡਿੰਗ ਦ ਚੈਪਟਰ ਇਸ ਚੈਪਟਰ ਨੂੰ ਬੇਟਾ ਤੁਸੀਂ ਕਾਪੀ ਦੇ ਵਿੱਚ ਵੀ ਲਿਖਣਾ ਹੈ ਯੂ ਵਿਲ ਰਾਈਟ ਦ ਕੁਐਸਚਨ ਆਨਸਰ ਤਾਂ ਕਿ ਤੁਹਾਡੀ ਜਿਹੜੀ ਪ੍ਰੈਕਟਿਸ ਹੈ ਉਹ ਖਤਮ ਨਾ ਹੋਏ ਠੀਕ ਹੈ ਤੁਹਾਡੀ ਜਿਹੜੀ ਪ੍ਰੈਕਟਿਸ ਹੈ ਰਿਟਨ ਪ੍ਰੈਕਟਿਸ ਹੈ ਰਾਈਟਿੰਗ ਤੁਹਾਡੀ ਹੈ ਸਕਿੱਲ ਹੈ ਯੂ ਕੈਨ improve by writing only so you will keep on writing the question so that's all for today thanks